हेलो एवरीवन वेलकम बैक टू माय चैनल। बेटा ਅਸੀਂ ਪਹਿਲਾਂ ਕੀਤੀ ਹੈ ਇੱਕ ਥਿਊਰਮ 6 ਚੈਪਟਰ ਤੋਂ ਦ ਵੈਰੀ ਇੰਪੋਰਟੈਂਟ ਪਾਇਥਾਗੋਰਸ ਥਿਊਰਮ ਜਿਹੜੀ ਕਿ ਮੋਸਟਲੀ 6 ਮਾਰਕਸ ਕੁਐਸਚਨਸ ਆਉਂਦੀ ਹੈ। ਸੋ 6 ਚੈਪਟਰ ਐਂਡ 10th ਚੈਪਟਰ 'ਚ ਅਗਰ ਅਸੀਂ 6 ਮਾਰਕਸ ਦਾ ਉਹਨਾਂ ਨੇ ਪੇਪਰ 'ਚ ਆਉਂਦਾ ਹੈ ਤੇ ਫਿਰ ਉਹ ਸਾਨੂੰ ਚੂਜ਼ ਕਰਨਾ ਬਹੁਤ ਹੀ ਈਜ਼ੀ ਹੈ ਕਿ ਪੂਰਾ ਦਾ ਪੂਰਾ ਚੈਪਟਰ ਕਰਨ ਦੀ ਬਜਾਏ ਜੇ ਅਸੀਂ ਇਹਦੇ 'ਚ ਜਿੰਨੀਆਂ ਵੀ ਦੋ ਤਿੰਨ ਥਿਊਰਮਸ ਹੈ ਅਗਰ ਉਹ ਕਰ ਜਾਂਦੇ ਆ ਸਾਡੇ 6 ਮਾਰਕਸ ਪੱਕੇ ਗਰੰਟਿਡ ਹੁੰਦੇ ਆ ਬਿਕॉज ਇਹਨਾਂ 'ਚੋਂ ਆਉਣਾ ਤਾਂ ਕਨਫਰਮਡ ਹੈ। ਠੀਕ ਹੈ, ਸੋ ਕੱਲ੍ਹ ਅਸੀਂ ਇੱਕ ਕਰ ਲਈ ਪਾਇਥਾਗੋਰਸ ਥਿਊਰਮ, ਅੱਜ ਮੈਂ ਇੱਕ ਹੋਰ ਕਰਵਾ ਰਹੀ ਹਾਂ ਥੇਲਸ ਥਿਊਰਮ। ਹੁਣ ਥੇਲਸ ਥਿਊਰਮ ਨੂੰ ਸਟਾਰਟ ਕਰਨ ਤੋਂ ਪਹਿਲਾਂ ਜਿਹੜੇ ਬੱਚਿਆਂ ਨੇ ਅਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਕੁਇਕਲੀ ਫਟਾਫਟ ਕਰ ਲਓ, ਬੈਲ ਆਈਕਨ ਪ੍ਰੈਸ ਕਰ ਦਿਓ ਅਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਵਾਚ ਕਰਨਾ ਤਾਂ ਹੀ ਸਮਝ ਆਏਗੀ। ਤੇ ਅ ਸੌਰਟ ਆਫ ਇਨਕਰੇਜਮੈਂਟ ਲਾਈਕ ਬਟਨ ਐਂਡ 'ਚ ਪ੍ਰੈਸ ਜ਼ਰੂਰ ਕਰ ਦੇਣਾ। ਸੋ ਲੈਟਸ ਪ੍ਰੋਸੀਡ ਫਰਦਰ ਵਿਦ ਅਨਦਰ ਇੰਪੋਰਟੈਂਟ ਥਿਊਰਮ ਥੇਲਸ ਥਿਊਰਮ। ਬੇਟਾ ਇਹਨੂੰ ਦੂਸਰਾ ਇਹਦਾ ਨੇਮ ਹੈ BPT ਯਾਨੀ ਬੇਸਿਕ ਪ੍ਰੋਪੋਰਸ਼ਨੈਲਿਟੀ ਥਿਊਰਮ। ਠੀਕ, ਪੰਜਾਬੀ 'ਚ ਇਹਨੂੰ ਸਮਾਨ ਅਨੁਪਾਤਤਾ ਥਿਊਰਮ ਕਹਿੰਦੇ ਦੈਟ ਆਈ ਹੈਵ ਰਿਟਨ। ਇਹ ਥਿਊਰਮ ਹੁਣ ਦੋ ਤਰੀਕੇ ਆ ਸਕਦੀ ਹੈ। ਨੰਬਰ 1 ਲਿਖ ਸਕਦੇ ਹੈ ਸਟੇਟ ਐਂਡ ਪ੍ਰੂਵ ਥੇਲਸ ਥਿਊਰਮ ਔਰ ਸਟੇਟ ਐਂਡ ਪ੍ਰੂਵ BPT ਥਿਊਰਮ। ਜਦੋਂ ਸਟੇਟ ਐਂਡ ਪ੍ਰੂਫ ਕਿਹਾ ਜਾਏ ਇਟ ਮੀਨਸ ਤੁਸੀਂ ਸਟੇਟਮੈਂਟ ਵੀ ਉਹਦੀ ਖੁਦ ਲਿਖਣੀ ਹੈ। ਕਲੀਅਰ। ਦੂਸਰਾ ਤਰੀਕਾ ਕਿੱਦਾਂ ਆ ਸਕਦਾ, ਉਹ ਸਟੇਟਮੈਂਟ ਨੂੰ ਹੀ ਐਜ਼ ਅ ਸੌਰਟ ਆਫ ਕੁਐਸਚਨ ਦਿੱਤਾ ਹੋਏਗਾ ਲਾਈਕ prove that if a line is drawn parallel to one side of the triangle then it will divide the other two sides in equal ratio। ਸੋ ਇੱਦਾਂ ਵੀ ਲਿਖ ਕੇ ਉਹ ਦੇ ਸਕਦੇ। ਉਸ ਕੇਸ 'ਚ ਅਸੀਂ ਸਟਾਰਟ ਕਰਨਾ ਸਿੰਪਲੀ ਗਿਵਨ ਤੋਂ। ਠੀਕ ਹੈ, ਸੋ now I begin with the statement। ਤੁਹਾਨੂੰ ਦੋ ਕ੍ਰਾਈਟੀਰੀਆ ਦੱਸਦੇ ਕਿਸ ਤਰ੍ਹਾਂ ਕੁਐਸਚਨ ਆ ਸਕਦਾ ਇਹਦਾ। ਸੋ ਇਹਦੀ ਸਟੇਟਮੈਂਟ ਹੈ ਕੀ ਹੈ, ਕਹਿੰਦੇ ਅਗਰ ਇੱਕ ਟਰਾਇੰਗਲ ਦੇ ਵਿੱਚ ਅਗਰ ਅਸੀਂ ਇੱਕ ਸਾਈਡ ਸਿਲੈਕਟ ਕਰ ਲੈਣਾ BC, ਉਹਦੇ ਕੋਈ ਵੀ ਸਾਈਡ ਸਿਲੈਕਟ ਕਰਨੀ, ਮੰਨ ਲਓ BC ਸਿਲੈਕਟ ਕੀਤੀ ਹੈ, ਉਹਦੇ ਪੈਰਲਲ ਮੈਂ ਇੱਕ ਲਾਈਨ ਬਣਾਤੀ DE ਜਿਹੜੀ ਕਿ AB ਅਤੇ AC ਸਾਈਡ ਨੂੰ ਕਿਸੇ ਵੀ ਪੁਆਇੰਟ D ਅਤੇ ਕਿਸੇ ਵੀ ਪੁਆਇੰਟ E 'ਤੇ ਕੱਟਦੀ ਹੈ। ਦੈਨ ਆਹ ਜਿਹੜੀ ਲਾਈਨ ਹੋਏਗੀ DE ਇਹ ਬਾਕੀ ਟੂ ਸਾਈਡਸ ਯਾਨੀ ਜਿਹਦੇ ਪੈਰਲਲ ਆ ਉਹਨੂੰ ਛੱਡ ਕੇ ਬਾਕੀ ਟੂ ਸਾਈਡਸ ਨੂੰ ਇਕੁਅਲ ਰੇਸ਼ੀਓ 'ਚ ਡਿਵਾਈਡ ਕਰੇਗੀ। ਮੀਨਸ AD ਓਵਰ DB ਇਕੁਅਲਸ ਟੂ AE ਓਵਰ EC। ਠੀਕ ਹੈ, ਮਤਲਬ ਗਿਵਨ ਕੀ ਸੀ ਸਾਨੂੰ, ਇੱਕ ਟਰਾਇੰਗਲ ਗਿਵਨ ਹੈ ਅਤੇ DE ਪੈਰਲਲ ਟੂ BC ਗਿਵਨ ਹੈ। ਅਸੀਂ ਕੰਸਟਰਕਸ਼ਨ ਕੀ ਕੀਤੀ, ਰਚਨਾ ਕੀਤੀ ਹੈ E ਤੋਂ ਪਰਪੈਂਡੀਕੂਲਰ ਬਣਾਇਆ EN ਕਿਹੜੀ ਸਾਈਡ 'ਤੇ AB ਅਤੇ D ਤੋਂ ਪਰਪੈਂਡੀਕੂਲਰ ਬਣਾਇਆ DM ਪਰਪੈਂਡੀਕੂਲਰ ਟੂ AC। ਠੀਕ ਹੈ, ਨੋਟ ਕਰਨਾ ਧਿਆਨ ਨਾਲ ਮੈਂ ਫਿਗਰ 'ਚ 2 ਕਲਰਸ ਯੂਜ਼ ਕੀਤੇ ਨੇ। D ਤੋਂ ਜਿਹੜਾ ਪਰਪੈਂਡੀਕੂਲਰ ਬਣਾਇਆ ਉਹਦੇ ਲਈ ਰੈੱਡ ਅਤੇ ਆਹ ਵਾਲੀ ਲਾਈਨ ਵੀ ਰੈੱਡ, ਸਿਮਿਲਰਲੀ ਆਹ ਵਾਲਾ ਅਤੇ ਆਹ ਵਾਲਾ ਪਰਪਲ ਕਲਰ ਜਾਂ ਕੋਈ ਵੀ ਡਿਫਰੈਂਟ ਕਲਰ। ਸੋ ਆਹ ਵਾਲਾ ਕਲਰ ਅਲੱਗ ਹੈ, ਆਹ ਅਲੱਗ ਹੈ। ਪ੍ਰੂਫ ਜੋ ਕਰਨਾ ਉਹ ਮੈਂ ਤੁਹਾਨੂੰ ਦੱਸਦਾ ਹੈ। ਸੋ ਪ੍ਰੂਫ ਸਟਾਰਟ ਕਿੱਦਾਂ ਕਰਨਾ ਹੈ, ਆਪਾਂ ਦੋ ਟਰਾਇੰਗਲ ਦੇਖਣੇ ਬੜੇ ਈਜ਼ੀ ਹੈ। ਪਹਿਲਾ ਟਰਾਇੰਗਲ ਉੱਪਰਲਾ ਸ਼ਾਰਟ ਵਾਲਾ ADE ਲਿਆ, ADE ਓਵਰ ਕੀ ਕਰਨਾ BDE। ਇਟਸ ਵੈਰੀ ਈਜ਼ੀ, ਜਸਟ A ਦੀ ਜਗ੍ਹਾ B ਲਿਖਿਆ ਹੈ। ਹੁਣ ADE ਦਾ ਏਰੀਆ ਕੀ ਹੈ, ਹਾਫ ਇੰਟੂ ਬੇਸ ਇੰਟੂ ਹਾਈਟ ਪਤਾ ਹੈ ਸਾਨੂੰ ਕਿਸੇ ਵੀ ਟਰਾਇੰਗਲ ਏਰੀਆ ਹੋਵੇ ਹੁੰਦਾ। ਹਾਂਜੀ, ਹੁਣ ADE ਲਈ ਹਾਫ ਬੇਸ ਕੀ ਹੈ AD, ਉਹਦੇ ਉੱਪਰ ਪਰਪੈਂਡੀਕੂਲਰ ਕੀ ਹੈ EN ਲਿਖ ਲਿਆ। ਉਸੇ ਤਰੀਕੇ BDE ਲਈ BDE ਇਟਸ ਹਾਫ ਬੇਸ ਕੀ ਹੈ BD, ਹਾਈਟ ਅਗੇਨ EN। ਹੁਣ ਦੇਖਿਆ ਸੇਮ ਕਲਰ ਦਾ ਯੂਜ਼, ਮਤਲਬ ਇਸ ਪਰਪੈਂਡੀਕੂਲਰਲੀ ਇੱਕ ਵਾਰੀ ਉੱਪਰ ਵਾਲੇ ਲਈ ਆਹ ਪਰਪੈਂਡੀਕੂਲਰ ਯੂਜ਼ ਕਰੂੰਗੀ ਅਤੇ ਇਸ ਟਰਾਇੰਗਲ ਲਈ ਵੀ ਉਹ ਆਹ ਵਾਲਾ ਪਰਪੈਂਡੀਕੂਲਰ ਆਇਆ। ਕੱਟੇ ਗਏ EN ਐਂਡ ਹਾਫ ਕੱਟੇ ਗਏ ਅਤੇ ਬਚਿਆ ਕਿ ਤੁਹਾਡੇ ਕੋਲ AD ਓਵਰ BD। ਮਾਰਕ ਇਟ ਨੰਬਰ 1। ਸਿਮਿਲਰਲੀ ਹੁਣ ਸਿਲੈਕਟ ਕੀਤਾ ਅਸੀਂ ਦੂਸਰਾ ਪੇਅਰ ਆਫ ਟਰਾਇੰਗਲ ਕੀ ਇੱਕ ਲਿਆ ਹੈ ਅਗੇਨ ਉੱਪਰ ਸੇਮ ADE, ਫਿਰ ਕੀ ਲਿਆ ਇੱਧਰ A ਦੀ ਜਗ੍ਹਾ ਕੀ ਲਿਖਿਆ ਮੈਂ C, ਸੋ CDE। ਅਗੇਨ ADE ਕੀ ਹੋਏਗਾ, ਹੁਣ ਬੇਸ ਅਸੀਂ ਆ ਲਾਂਗੇ ਹਾਫ ਇੰਟੂ ਬੇਸ ਇੰਟੂ ਹਾਈਟ। ਠੀਕ ਹੈ, ਅਤੇ ਨੀਚਲੇ ਟਰਾਇੰਗਲ ਲਈ ਹਾਫ ਇੰਟੂ ਬੇਸ ਇੰਟੂ ਹਾਈਟ। ਸੋ DM goes 1/2 goes, ਆਂਸਰ ਆਇਆ AE ਓਵਰ CE। ਮਾਰਕ ਇਟ ਨੰਬਰ 2। ਹੁਣ ਦੇਖੋ ਤੁਸੀਂ ਪ੍ਰੂਫ ਕੀ ਕਰਨਾ ਹੈ, ਆਹ ਵਾਲਾ AD ਓਵਰ BD ਆਵੇ ਤੁਹਾਡਾ AE ਓਵਰ EC। ਆਹ ਚਾਹੁੰਦੇ ਹੋ ਨਾ ਇਕੁਅਲ ਆਉਣ, ਇਹ ਕਦੋਂ ਇਕੁਅਲ ਆਉਣਗੇ, ਜੇ ਆਹ ਵਾਲੀ ਸਾਈਡ ਤੁਹਾਡੀ ਇਕੁਅਲ ਹੋ ਜਾਏ। ਹੁਣ ਇਸ ਸਾਈਡ ਦਾ ਉੱਪਰਲਾ ਇਕੁਅਲ ਹੈ, ਨੀਚਲਾ ਨਹੀਂ ਹੈ। ਨੀਚਲਾ ਕਿੱਦਾਂ ਦੇਖੋ BDE ਅਤੇ CDE ਦੋਨੋਂ ਕਿਹੜੇ ਬੇਸ 'ਤੇ ਹੈ DE,
ਤੇ ਸੇਮ ਪੈਰਲਲਸ ਵਿੱਚ ਹੈ, ਇਟ ਮੀਨਸ ਇਹਨਾਂ ਦੋਨਾਂ ਦਾ ਰਿਜ਼ਲਟ ਲਿਖਣਾ ਵੈਰੀ ਇੰਪੋਰਟੈਂਟ ਹੈ ਕਿ ਇਹ ਦੋਨੋਂ ਟਰਾਇੰਗਲ ਸੇਮ ਬੇਸ ਤੇ ਸੇਮ ਪੈਰਲਲ ਲਾਈਨਸ ਦੇ ਵਿੱਚ ਹੈ। ਇਸ ਕਰਕੇ ਜੇ ਪੈਰਲਲ ਸੇਮ ਲਾਈਨਸ ਦੇ ਵਿੱਚ ਹੋਣ ਤਾਂ ਇਹਨਾਂ ਦਾ ਏਰੀਆ ਕੀ ਹੁੰਦਾ ਹੈ, ਇਕੁਅਲ। ਠੀਕ, ਸੋ ਮਾਰਕ ਨੰਬਰ 3। ਸੋ मतलब ਇਹਦਾ ਨੀਚਲਾ डिनोमिनेटर ਇਹਦਾ डिनोमिनेटर सेम, उतले तो सीगे ही सेम। सो आ वाला पोर्शन दोनों का इक्वल, जे आ वाला पोर्शन इक्वल है सो आ वाला पोर्शन भी की होएगा, इक्वल। सो बाय 1 2 एंड 3 आ भी तुहाडा की आ गया, इक्वल। यही बेटा प्रूव करना सी आपां, यही प्रूव करना सी। सो दिस इज अनदर इंपॉर्टेंट थ्योरम फ्रॉम दिस चैप्टर, क्लियर। सो एक होर क्वेश्चन आ जाता, अ क्वेश्चन टाइप थ्योरम। लेट मी डिस्कस फ्रॉम द 10th चैप्टर ऑल्सो। ठीक, इन्हां नाल और पार्ट्स भी आ जाना होंदा है। सो अनदर क्वेश्चन इज अ क्वेश्चन टाइप थ्योरम फ्रॉम चैप्टर 10 इज वेरी ईजी, वेरी स्मॉल, बहुत अच्छा क्विक है, आसान है करने भी। की है ये इदां ही आएगा, स्टेटमेंट दी होएगी, प्रूव दैट tangents from external point to the circle are equal, या length of tangent drawn from external point to a circle are equal। कि किसी बाहरी बिंदु तो किसी चक्कर नूं बनाइए दो टेंजेंट्स नूं कहंदे स्पर्श रेखावां, वो की होंदियां बराबर, इक्वल। हुण स्टार्ट हमेशा किद्दां करना है क्वेश्चन, ऑलवेज विद गिवन की दिता है, दिता की होया है, कि तुसीं अगर कंस्ट्रक्शन कीती है तो की तुसीं प्रूफ करना है, फिर प्रूफ ते आने। ठीक है जी, ओके। दिता की है, एक सर्कल दिता है, इत्थों सोल्यूशन शुरू है, फिगर इज अ पार्ट ऑफ सोल्यूशन। हाँ जी, की दिता है, एक सर्कल दिता है विद सेंटर एट ओ, पी बार पॉइंट है, पी टी ते पी आर दो टेंजेंट्स ने। कंस्ट्रक्शन की कीता है, जॉइन की कीता है, ओ पी नू जॉइन किया है, ओ टी नू जॉइन किया है, ओ आर नू, आ तो टेंजेंट्स है ही। हुण तुसीं प्रूव की करना है, टू प्रूव, वो नहीं लिखा होया, मैं लिखन लगी हाँ। प्रूव की करना है कि इन्हां दी लेंथ इक्वल है, यानी पी टी इक्वल्स टू पी आर, ये असी प्रूव करना है। क्लियर। प्रूफ कित्थे स्टार्ट हुंदा है, एक आर ट्रायंगल लवो, एक आर ट्रायंगल लो, ले लिया। पी लिखना बेटा बड़े ध्यान नाल है, पी फिर मैं टी लिया, फिर ओ, फिर पी आर ते ओ। ठीक, हम सानू पता है टेंजेंट जिहड़ा है रेडियस नाल की एंगल बनांदा 90 डिग्री, बिकॉज ऑफ परपेंडिकुलर हुंदे टेंजेंट ते रेडियस आपस विच। चलो आ 90 हो गया। इस ट्रायंगल ते इस ट्रायंगल दे विच देखो आ कॉमन है, ए भी इक्वल है क्योंकि आ रेडियस है, ये कॉमन है सी ते आ रेडियस है, ते ओ जिहड़ा टी ते आर एंगल 90 डिग्री है ना। सो इस ट्रायंगल दे लई जे किसी भी दोनों देखिए आ 90, सामने हाइपोटेन्यूस अ साइड, सो केड़ी प्रॉपर्टी लगी कॉन्ग्रुएंस दी, आर एच एस, राइट, हाइपोटेन्यूस साइड। ये दोनों ट्रायंगल आपस की हो गए कॉन्ग्रुएंट। अगर ये कॉन्ग्रुएंट है तो सी पी सी टी का रिजल्ट क्या आया, ये फर्स्ट टू इक्वल्स टू ये फर्स्ट टू। सो आही ऐसी प्रूफ करना सी इत्थे। क्लियर है, क्लियर एवरीबडी। सो दिस इज ऑल्सो एन इम्पॉर्टेंट क्वेश्चन। ये अगर 6 मार्क्स आ जाए तो बहुत ही अच्छी गल है, क्योंकि छोटा बहुत है, टाइम भी नहीं लगता। ठीक है जी, सो दैट्स ऑल फॉर टुडे। From tomorrow I will be moving on another important questions, or I might post a practice paper because exams are coming. एक model test paper already मैं post कर चुकी हूँ solve करके, so I will be giving you few test papers also solved. It will be helpful for you. So that's all. Thank you.